ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। मैं ਤੁਹਾਡਾ ਆਪਣਾ ਜਸਪ੍ਰੀਤ ਸਿੰਘ ਟਾਨੀ ਐਟ ਲਾਅ ਤੇ ਆਪਣਾ ਇਹ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਜਿਹੜਾ ਕਿ ਹਰ ਹਫਤੇ ਕਰਦੇ ਹਾਂ। ਤੇ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਲਾਈਕ ਕਰਦੇ ਹੋ ਤੇ ਤੁਸੀਂ ਆਪਣੇ ਜਿਹੜੇ ਸਵਾਲ ਭੇਜਦੇ ਹੋ ਤੇ ਇਸੇ ਤਰ੍ਹਾਂ ਹੀ ਮੈਨੂੰ ਉਮੀਦ ਹੈ ਵੀ ਅੱਗੇ ਤੋਂ ਵੀ ਤੁਸੀਂ ਇਹਨੂੰ ਦੇਖੋਗੇ, ਲਾਈਕ ਕਰੋਗੇ ਤੇ ਵੱਧ ਤੋਂ ਵੱਧ ਸ਼ੇਅਰ ਕਰੋਗੇ। ਤੇ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਹੁਣ ਘਟਨਾਵਾਂ ਕੁਝ ਇੰਪੋਰਟੈਂਟ ਹੋਈਆਂ ਉਹਨਾਂ ਬਾਰੇ। ਸਾਰਿਆਂ ਤੋਂ ਪਹਿਲਾਂ ਤਾਂ ਇਹ ਆ ਕਿ ਜਿਹੜਾ ਇਮੀਗ੍ਰੇਸ਼ਨ ਦੇ ਦੋ ਬਿੱਲ ਹਾਊਸ ਤੋਂ ਅੱਗੇ ਸੈਨੇਟ 'ਚ ਗਏ ਸੀਗੇ। ਇੱਕ ਤਾਂ ਉਹ ਸੀ ਵੀ ਜਿਹੜੇ 18 ਸਾਲ ਤੋਂ ਘੱਟ ਬੱਚੇ ਆ ਉਹਨਾਂ ਨੂੰ ਪੱਕਾ ਕਰਨ ਬਾਰੇ, ਤੇ ਦੂਜਾ ਸੀ ਜਿਹੜੇ ਐਗਰੀਕਲਚਰ ਵਰਕਰ ਆ। ਇਹਨਾਂ ਦੋਹਾਂ ਬਿੱਲਾਂ ਦੇ ਉੱਤੇ ਜਿਹੜੀ ਹੈਗੀ ਆ ਉਹ ਸੈਨੇਟ ਦੇ ਵਿੱਚ ਮੀਟਿੰਗ ਹੋਈ ਆ, ਕਾਰਵਾਈ ਹੋਈ ਆ ਤੇ ਉੱਤੇ ਉਹਨਾਂ ਨੇ ਵਿਚਾਰ ਚਰਚਾ ਕਰਕੇ ਇਹਨੂੰ ਅੱਗੇ ਤੋਰਨ ਦਾ ਜਿਹੜਾ ਹੈਗਾ ਉਹ ਕੋਸ਼ਿਸ਼ ਕੀਤੀ ਆ। ਹੁਣ ਦੇਖਦੇ ਹਾਂ ਆਉਂਦੇ ਦਿਨਾਂ ਦੇ ਵਿੱਚ ਕੀ ਕਾਰਵਾਈ ਹੁੰਦੀ ਆ। ਇਸੇ ਸਿਲਸਿਲੇ ਦੇ ਵਿੱਚ ਦੋ ਜਿਹੜੇ ਸੈਨੇਟਰ ਨੇ ਉਹਨਾਂ ਨੇ ਇੱਕ ਬਿੱਲ ਪੇਸ਼ ਕੀਤਾ ਸੈਨੇਟ ਦੇ ਵਿੱਚ। ਉਹ ਹੈਗੇ ਆ ਰਿਪਬਲਿਕਨ ਸੈਨੇਟਰ ਜੌਨ ਕਾਰਨਨ ਆਫ ਟੈਕਸਸ ਤੇ ਡੈਮੋਕ੍ਰੈਟਿਕ ਸੈਨੇਟਰ ਕ੍ਰਿਸਟਨ ਸਿਨੇਮਾ ਆਫ ਐਰੀਜ਼ੋਨਾ। ਇਹਨਾਂ ਨੇ ਇੱਕ ਬਿੱਲ ਪੇਸ਼ ਕੀਤਾ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜੇ ਪੋਲੀਟੀਕਲ ਅਸਾਈਲਮ ਦੇ ਕੇਸ ਕੀਤੇ ਜਾਂਦੇ ਨੇ ਬਾਰਡਰ ਦੇ ਉੱਤੇ ਖਾਸ ਕਰਕੇ, ਉਹਨਾਂ ਨੂੰ ਤੇਜ਼ੀ ਨਾਲ ਕੀਤਾ ਜਾਵੇ, ਫਾਸਟ ਕੀਤਾ ਜਾਵੇ ਤੇ ਉੱਥੇ ਜਿਹੜੇ ਬੱਚੇ ਆਉਂਦੇ ਨੇ ਉਹਨਾਂ ਨੂੰ ਜ਼ਿਆਦਾ ਹਿਊਮੇਨ ਵਧੀਆ ਤਰੀਕੇ ਨਾਲ ਟਰੀਟ ਕੀਤਾ ਜਾਵੇ। ਤੇ ਇਹ ਜਿਹੜੇ ਸੈਂਟਰ ਨੇ ਸਾਰੇ ਹੀ ਇਹ ਜਿਹੜਾ ਬਾਰਡਰ ਦੇ ਉੱਤੇ ਬਹੁਤ ਜ਼ਿਆਦਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਰਹੇ ਆ, ਫੈਮਲੀਜ਼ ਆ ਰਹੀਆਂ, ਇਹਨਾਂ ਬਾਰੇ ਬੜੇ ਚਿੰਤਤ ਨੇ ਤੇ ਕਿਤੇ ਨਾ ਕਿਤੇ ਜਿਹੜਾ ਇਮੀਗ੍ਰੇਸ਼ਨ ਰਿਫਾਰਮ ਹੈ ਉਹ 'ਤੇ ਇਹ ਚੀਜ਼ ਦਾ ਅਸਰ ਪੈ ਰਿਹਾ। ਸੋ ਸਾਰੇ ਜਿਹੜੇ ਸੈਂਟਰ ਇਹ ਚਾਹੁੰਦੇ ਨੇ ਕਿ ਇਹਨੂੰ ਵੀ ਨਾਲ ਦੀ ਨਾਲ ਐਡਰੈਸ ਕੀਤਾ ਜਾਵੇ, ਕਿ ਇਹਦਾ ਹੱਲ ਕੀਤਾ ਜਾਵੇ ਬਾਰਡਰ ਦੀ ਸਿਚੁਏਸ਼ਨ ਦਾ। ਤੇ ਹੁਣ ਦੇਖਦੇ ਹਾਂ ਕਿੱਦਾਂ ਇਹ ਬਿੱਲ ਜਿਹੜੇ ਅੱਗੇ ਵਧਦੇ ਆ। ਤੇ ਇਹਦੇ ਨਾਲ ਨਾਲ ਜਿਹੜੀ ਇੱਕ ਹੋਰ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ ਜਿਹੜੀ ਆਈਸ ਹੈ, ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ, ਉਹਨੇ ਹੁਣ ਇਹ ਫੈਸਲਾ ਕੀਤਾ ਵੀ ਜਿਹੜੇ ਅਨਡਾਕੂਮੈਂਟਡ ਏਲੀਅਨ ਜਿਹੜੇ ਬੰਦੇ ਬਾਹਰੋਂ ਆਉਂਦੇ ਨੇ ਇਮੀਗ੍ਰੈਂਟਸ, ਉਹ ਜੇ ਓਵਰਸਟੇ ਕਰ ਜਾਂਦੇ ਨੇ ਫਰਜ਼ ਕਰੋ ਜਾਂ ਉਹਨਾਂ ਦੇ ਡਿਪੋਰਟੇਸ਼ਨ ਲੱਗੀ ਆ ਉਹ ਨਹੀਂ ਜਾਂਦੇ ਤਾਂ ਉਹਨਾਂ ਨੂੰ ਫਾਈਨ ਨਹੀਂ ਕੀਤਾ ਜਾਊਗਾ। ਅੱਗੇ ਜਿਹੜੀ ਪਿਛਲੀ ਸਰਕਾਰ ਸੀ ਉਹਨੇ 2 ਆਰਡਰ ਕੀਤੇ ਸੀਗੇ ਕਿ ਇਹਨਾਂ ਨੂੰ ਫਾਈਨ ਕਰੋ ਜਿੰਨੀ ਦੇਰ ਓਵਰਸਟੇ ਕਰਦੇ ਆ, ਪਰ ਹੁਣ ਇਹ ਸਰਕਾਰ ਨੇ ਫੈਸਲਾ ਕੀਤਾ ਵੀ ਇਹਨਾਂ ਨੂੰ ਕੋਈ ਫਾਈਨ ਨਹੀਂ ਕੀਤਾ ਜਾਊਗਾ ਤੇ ਇਹਨਾਂ ਦੇ ਉੱਤੇ ਜਿਹੜੀ ਹੈਗੀ ਆ ਉਹ ਕੋਈ ਫਾਈਨ ਨਾ ਹੋਣ ਕਰਕੇ ਵੀ ਜੇ ਇਹਨਾਂ ਨੇ ਓਵਰਸਟੇ ਕੀਤਾ ਤਾਂ ਉਹ ਇਹਨਾਂ ਕੋਲੋਂ ਕੋਈ ਪੈਨਲਟੀ ਜਿਹੜੀ ਉਹ ਨਹੀਂ ਵਸੂਲੀ ਜਾਊਗੀ। ਸੋ ਇਹ ਚੰਗੀ ਖਬਰ ਆ। ਤੇ ਇੱਥੇ ਮੈਂ ਦੱਸ ਦਿਆਂ ਵੀ ਜਿਹੜੀ ਇਹ ਸਰਕਾਰ ਦੀ ਡਿਪੋਰਟੇਸ਼ਨ ਪਾਲਿਸੀ ਉਹ ਇਹ ਹੈਗੀ ਆ ਕਿ ਸਿਰਫ ਉਹੀ ਬੰਦੇ ਡਿਪੋਰਟ ਹੁੰਦੇ ਨੇ ਜਿਹੜੇ ਜਾਂ ਤਾਂ ਜਿਨ੍ਹਾਂ ਨੇ ਕ੍ਰਿਮੀਨਲ ਐਕਟੀਵਿਟੀਜ਼ ਕੀਤੀਆਂ ਹੋਣ ਤੇ ਕਿਸੇ ਕ੍ਰਾਈਮ ਦੇ ਵਿੱਚ ਇਨਵੋਲਵਡ ਹੋਣ, ਜਾਂ ਉਹ ਬੰਦੇ ਜਿਹੜੇ ਕਿ ਨਵੰਬਰ 2020 ਤੋਂ ਬਾਅਦ ਅਮਰੀਕਾ 'ਚ ਐਂਟਰ ਹੋਏ ਹੋਣ, ਤੇ ਜਾਂ ਉਹ ਜਿਹੜੇ ਕਿ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਨੇ। ਸੋ ਜਿਹੜੇ ਇਹਨਾਂ ਤਿੰਨਾਂ ਸ਼੍ਰੇਣੀਆਂ 'ਚ ਨਹੀਂ ਆਉਂਦੇ ਉਹ ਇੱਥੋਂ ਡਿਪੋਰਟ ਨਹੀਂ ਹੁੰਦੇ। ਤੇ ਉਸੇ ਕੜੀ 'ਚ ਹੀ ਇਹ ਫੈਸਲਾ ਹੈ ਕਿ ਜਿਹੜਾ ਹੁਣ ਬੰਦਾ ਓਵਰਸਟੇ ਕਰੇਗਾ ਜਾਂ ਉੱਤੇ ਡੈਪੋਟੇਸ਼ਨ ਲੱਗੀ ਆ ਉਹ ਨਹੀਂ ਜਾਏਗਾ ਤਾਂ ਉਹਨੂੰ ਉਹ ਫਾਈਨ ਨਹੀਂ ਕੀਤਾ ਜਾਏਗਾ। ਇਹਦੇ ਨਾਲ ਨਾਲ ਇੱਕ ਹੋਰ ਖਬਰ ਆ ਉਹ ਇਹ ਆ ਕਿ ਜਿਹੜੀ US ਸੁਪਰੀਮ ਕੋਰਟ ਆ ਉਹ NRA ਬੈਕਡ ਗਨ ਰਾਈਟਸ ਕੇਸ ਸੁਣਨ ਜਾ ਰਹੀ ਆ। NRA ਹੈਗੀ ਆ ਨੈਸ਼ਨਲ ਰਾਈਫਲ ਐਸੋਸੀਏਸ਼ਨ, ਜਿਹੜੀ ਕਿ ਬੜੀ ਪਾਵਰਫੁਲ ਹੈ, ਜਿਹੜੀ ਕਿ ਅਮਰੀਕਾ ਦੇ ਜਿਹੜੇ ਗਨ ਓਨਰ ਆ ਉਹਨਾਂ ਨੂੰ ਰੈਪਰਜੈਂਟ ਕਰਦੀ ਆ। ਤੇ ਇਹਦੇ 'ਚ ਉਹਨਾਂ ਦਾ ਜਿਹੜਾ ਸੈਕੰਡ ਅਮੈਂਡਮੈਂਟ ਰਾਈਟ ਹੈ ਗਨ ਰੱਖਣਾ। ਤੇ ਨਿਊਯਾਰਕ ਦਾ ਇੱਕ ਕਾਨੂੰਨ ਆ ਜਿਹੜਾ ਕਿ ਕਹਿੰਦਾ ਵੀ ਜੇ ਕਿਸੇ ਨੇ ਕੰਸੀਲਡ ਵੈਪਨ ਆਪਣੇ ਕੋਲ ਰੱਖਣਾ ਤਾਂ ਉਹ ਇਹ ਸ਼ੋਅ ਕਰੇ ਵੀ ਉਹਨੂੰ ਕੀ ਮਜਬੂਰੀ ਹੈ ਜਾਂ ਕੀ ਉਹਨੂੰ ਬਹੁਤ ਜ਼ਿਆਦਾ ਲੋੜ ਆ ਕਿ ਉਹ ਜਿਹੜਾ ਵੈਪਨ ਰੱਖ ਕੇ ਉਹ ਮਤਲਬ ਪਬਲਿਕ ਜਾਣਾ ਚਾਹੁੰਦਾ ਜਾਂ ਉਹਨੂੰ ਮਤਲਬ ਉਹਦੀ ਜਾਨ ਨੂੰ ਕਿੱਥੋਂ ਖਤਰਾ। ਤੇ ਅਮਰੀਕਾ ਦਾ ਜਿਹੜਾ ਸੰਵਿਧਾਨ ਆ ਉਹ ਰਾਈਟ ਦਿੰਦਾ, ਮਤਲਬ ਹੱਕ ਦਿੰਦਾ ਅਮਰੀਕਾ ਨੂੰ ਵੀ ਉਹ ਹਥਿਆਰ ਰੱਖ ਸਕਦੇ ਆ। ਤੇ ਇਹ ਸਿਲਸਿਲੇ ਦੇ ਵਿੱਚ ਇਹ ਕੇਸ ਜਿਹੜਾ US ਸੁਪਰੀਮ ਕੋਰਟ 'ਚ ਗਿਆ ਤੇ ਇਹ ਜਿਹੜੀ ਆ ਲਾਅ ਨਿਊਯਾਰਕ ਦਾ ਇਹਦੇ ਅਗੇਂਸਟ ਆ। ਹੁਣ ਦੇਖਣ ਵਾਲੀ ਗੱਲ ਇਹ ਆ ਕਿ US ਸੁਪਰੀਮ ਕੋਰਟ 'ਤੇ ਕੀ ਡਿਸਾਈਡ ਕਰਦੀ ਆ। ਇਹ ਜਿਹੜਾ ਗਨ ਕੰਟਰੋਲ ਆ ਇਹ ਅਮਰੀਕਾ ਦੇ ਵਿੱਚ ਬੜੀ ਦੇਰ ਤੋਂ ਇਹ ਜਿਹੜਾ ਇਸ਼ੂ ਚਰਚਾ 'ਚ ਆ। ਤੁਹਾਨੂੰ ਪਤਾ ਹੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਵੀ ਇੰਡੀਆਨਾ ਦੇ ਵਿੱਚ ਇੱਕ ਸ਼ੂਟਿੰਗ ਹੋਈ ਸੀ ਜਿੱਥੇ ਕਿ 4 ਸਾਡੇ ਪੰਜਾਬੀ ਵੀ ਮਾਰੇ ਗਏ ਸੀ, ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪਈ, ਜੋ ਕਿ ਬਹੁਤ ਹੀ ਮੰਦਭਾਗਾ ਤੇ ਇੱਕ ਆਪਾਂ ਕਹਿ ਲਈਏ ਵੀ ਬਹੁਤ ਮਾੜਾ ਇੱਕ ਇੰਸੀਡੈਂਟ ਸੀ ਤੇ ਜਿਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ। ਤੇ ਇਹਦਾ ਸਿੱਧਾ ਸੰਬੰਧ ਗਨਸ ਨਾਲ ਆ। ਤੇ ਅਮਰੀਕਾ ਦੇ ਵਿੱਚ ਮਤਲਬ ਕਾਫੀ ਲੋਕ ਇਹ ਕਹਿੰਦੇ ਨੇ ਵੀ ਜਿਹੜੀਆਂ ਗਨਸ ਹੈਗੀਆਂ ਇਹ ਇਹੋ ਜਿਹੇ ਬੰਦਿਆਂ ਦੇ ਹੱਥਾਂ 'ਚ ਨਹੀਂ ਜਾਣੇ ਚਾਹੀਦੀਆਂ ਜਿਹੜੇ ਕਿ ਦਿਮਾਗੀ ਤੌਰ 'ਤੇ ਪਰੇਸ਼ਾਨ ਨੇ ਜਾਂ ਜਿਹੜੇ ਹੈਗੇ ਆ ਉਹ ਰਿਸਪੌਂਸੀਬਲ ਨਹੀਂ ਹੈਗੇ ਜਾਂ ਬਹੁਤ ਜ਼ਿਆਦਾ ਗੁੱਸਾ ਜਿਨ੍ਹਾਂ ਨੂੰ ਆਉਂਦਾ, ਜਾਂ ਜਿਹੜੇ ਬੰਦੇ ਕ੍ਰਿਮੀਨਲ ਐਕਟੀਵਿਟੀਜ਼ ਨੇ, ਇਹੋ ਜਿਹੇ ਲੋਕਾਂ ਕੋਲ ਗਨਸ ਨਹੀਂ ਹੋਣੀਆਂ ਚਾਹੀਦੀਆਂ। ਜਦੋਂ ਇਹਨਾਂ ਲੋਕਾਂ ਕੋਲ ਗਨ ਚਲੇ ਜਾਂਦੀਆਂ ਨੇ ਤੇ ਫਿਰ ਬਹੁਤ ਨੁਕਸਾਨ ਕਰਦੇ ਨੇ। ਤੇ ਸਮੇਂ-ਸਮੇਂ ਤੇ ਇੱਥੇ ਆਮ ਦੇਖਣ 'ਚ ਆਇਆ ਕਿ ਇੱਕ ਬੰਦੇ ਕੋਲ ਗਨ ਹੁੰਦੀ ਹੈ ਉਹ ਜਿੰਨੇ ਮਰਜ਼ੀ ਬੰਦੇ ਮਾਰ ਦਿੰਦਾ, ਫਿਰ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ।
ਹੁਣ ਉਹਦੇ ਗੋਲੀ ਆਪਣੇ ਆਪ ਨੂੰ ਮਾਰਨ ਦੇ ਨਾਲ ਜਿਹੜੇ ਬਾਕੀ 8 ਬੰਦੇ ਮਰੇ ਆ ਉਹਨਾਂ ਦੀ ਜਾਨ ਜਿਹੜੀ ਗਈ ਆ ਉਹ ਤਾਂ ਕਿਸੇ ਤਰ੍ਹਾਂ ਜਸਟੀਫਾਈ ਨਹੀਂ ਹੁੰਦੀ। ਸੋ ਇਸ ਕਰਕੇ ਇਹੋ ਜਿਹੇ ਲੋਕਾਂ ਦੇ ਹੱਥਾਂ ਦੇ ਵਿੱਚ ਗੰਨਾਂ ਨਹੀਂ ਜਾਣੇ ਚਾਹੀਦੀਆਂ। ਅਤੇ ਇਹ ਹੁਣ ਕੇਸ ਜਿਹੜਾ ਹੈਗਾ ਬੜਾ ਇੰਪੋਰਟੈਂਟ ਆ ਉਸ ਬੈਕਗਰਾਊਂਡ ਦੇ ਵਿੱਚ। ਸੋ ਹੁਣ ਦੇਖਾਂਗੇ ਸੁਪਰੀਮ ਕੋਰਟ ਵਿੱਚ ਕੀ ਡਿਸਾਈਡ ਕਰਦੀ ਆ। ਅਤੇ ਇਹਦੇ ਨਾਲ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਕੋਰਟਾਂ ਨੇ ਖਾਸ ਕਰਕੇ ਨਿਊਯਾਰਕ ਜਿਹੜੀ 26 ਫੈਡਰਲ ਪਲਾਜ਼ਾ ਉਹਦੀ ਜਿਹੜੀ ਓਪਨਿੰਗ ਆ ਉਹ ਫੇਰ ਟਲ ਗਈ ਆ। ਉਹ 18 ਮਈ ਤੱਕ ਹੁਣ ਕੋਰਟ ਫੇਰ ਬੰਦ ਹੋ ਗਈ ਆ। ਉਸ ਤੋਂ ਬਾਅਦ ਉਹ ਕੋਰਟ ਜਿਹੜੀ ਆ ਉਹ ਓਪਨਿੰਗ ਹੋਏਗੀ। ਹੁਣ ਦੇਖਦੇ ਹਾਂ ਕਿ ਮਈ 'ਚ ਹੁੰਦੀ ਆ ਕਿ ਨਹੀਂ ਹੁੰਦੀ, ਕਿ ਅੱਗੇ ਹੋਰ ਵੱਧਦੀ ਆ। ਬਾਕੀ ਕੋਰਟਾਂ ਜ਼ਰੂਰ ਖੁੱਲ੍ਹੀਆਂ ਨੇ, ਪਰ ਮਾਸਟਰ ਡੇਟਾਂ ਅੱਗੇ ਕਰ ਰਹੇ, ਜਿਹੜੀਆਂ ਫਾਈਨਲ ਡੇਟਾਂ ਨੇ ਉਹ ਮਤਲਬ ਪੈ ਰਹੀਆਂ ਨੇ, ਜੱਜ ਉਹਨਾਂ 'ਤੇ ਜਿਹੜੇ ਕੇਸ ਸੁਣ ਰਹੇ ਆ। ਸੋ ਇਹ ਤਾਂ ਸੀਗੀਆਂ ਤੁਹਾਡੀਆਂ ਜਿਹੜੀਆਂ ਇਸ ਵੀਕ ਦੀਆਂ ਇੰਪੋਰਟੈਂਟ ਖਬਰਾਂ ਨੇ, ਮੈਨੂੰ ਲੱਗਿਆ ਵੀ ਤੁਹਾਡੇ ਨਾਲ ਸ਼ੇਅਰ ਕਰਨ ਯੋਗ ਨੇ। ਅਤੇ ਹੁਣ ਆਪਾਂ ਤੁਹਾਡੇ ਜਿਹੜੇ ਹੈਗੇ ਉਹ ਸਵਾਲਾਂ ਦੇ ਜਵਾਬ ਦਿਆਂਗੇ। ਅਤੇ ਪਹਿਲਾ ਸਵਾਲ ਇਹ ਹੈ ਜੀ ਕਿ ਸਾਡਾ F4 ਵੀਜ਼ਾ ਅਪਲਾਈ ਕੀਤਾ ਸੀ ਅਤੇ ਮਈ ਮਹੀਨੇ 'ਚ 2005 'ਚ ਸਾਰੇ ਡਾਕੂਮੈਂਟ ਸਬਮਿਟ ਹੋ ਗਏ, ਇੰਟਰਵਿਊ ਕਦ ਤੱਕ ਆਏਗੀ। ਦੇਖੋ ਇਸ ਸਿਲਸਿਲੇ 'ਚ ਮੈਂ ਇੱਕ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਜਿਹੜੀ ਮੁੰਬਈ ਦੇ ਵਿੱਚ ਅਮਰੀਕਨ ਐਮਬੈਸੀ ਆ ਉਹਨੇ ਜਿਹੜੀਆਂ ਇੰਟਰਵਿਊਜ਼ ਹੈਗੀਆਂ ਉਹ April ਅਤੇ ਮਈ ਦੇ ਮਹੀਨੇ ਦੀਆਂ ਜਿਹੜੀਆਂ ਪੋਸਟਪੋਨ ਕਰਤੀਆਂ। ਸੋ April ਅਤੇ ਮਈ ਦੇ ਵਿੱਚ ਉਹ ਇੰਟਰਵਿਊਜ਼ ਨਹੀਂ ਕਰ ਰਹੇ, ਅਤੇ ਉਹਦਾ ਅਸਰ ਇਹਨਾਂ ਕੇਸਾਂ 'ਤੇ ਵੀ ਪੈਣਾ, ਜਿਹੜੇ ਵਿਆਹ ਸ਼ਾਦੀ ਵਾਲੇ ਕੇਸ ਹੈਗੇ ਸਿਟੀਜ਼ਨ ਦੇ ਜਿਹੜੇ ਹਸਬੈਂਡ ਵਾਈਫ ਉਹ 'ਤੇ ਵੀ ਪੈਣਾ। ਅਤੇ ਇਸ ਕਰਕੇ ਹੁਣ ਜੇ ਥੋੜ੍ਹੇ ਸਾਰੇ ਡਾਕੂਮੈਂਟ ਸਬਮਿਟ ਹੋ ਗਿਆ, ਇੰਟਰਵਿਊ ਆਏਗੀ, ਪਰ ਇਹ ਹੁਣ ਪਤਾ ਨਹੀਂ ਕਦੋਂ ਆਏਗੀ, ਇਹਨੂੰ ਟਾਈਮ ਲੱਗ ਸਕਦਾ। ਪਰ ਤੁਸੀਂ ਅਮਰੀਕਾ ਜਿਹੜੀ ਐਮਬੈਸੀ ਹੈ ਉਹਨਾਂ ਨਾਲ ਸੰਪਰਕ ਰੱਖੋ। ਅਤੇ ਇੱਕ ਹੋਰ ਸਵਾਲ ਹੈ ਜੀ, ਉਹਨਾਂ ਨੇ ਕਿਹਾ ਕਿ ਮੇਰਾ ਲਾਸਟ ਈਅਰ 2020 ਅਪ੍ਰੈਲ ਮਹੀਨੇ ਦੇ ਵਿੱਚ B1 B2 ਦੀ ਇੰਟਰਵਿਊ ਆਈ ਸੀ, ਪਰ ਉਹ ਅੱਗੇ ਹੋ ਗਈ ਅਤੇ ਅਜੇ ਤੱਕ ਇੰਟਰਵਿਊ ਦੀ ਅਪਾਇੰਟਮੈਂਟ ਨਹੀਂ ਆਈ। ਦੇਖੋ ਇਸ ਤਰ੍ਹਾਂ ਹੈ ਕਿ ਇਹ ਜਿਹੜੀ ਅਪਾਇੰਟਮੈਂਟ ਹੈਗੀ ਆ ਐਮਬੈਸੀ ਦੇਵੇਗੀ, ਜਾਂ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ, ਪਰ April ਅਤੇ ਮਈ ਦੇ ਵਿੱਚ ਕੋਈ ਅਪਾਇੰਟਮੈਂਟ ਨਹੀਂ ਦੇ ਰਹੇ। ਸੋ ਤੁਸੀਂ ਉਹਨਾਂ ਨਾਲ ਜੇ ਸੰਪਰਕ ਕਰਨਾ ਈਮੇਲ ਦੇ ਰਾਹੀਂ ਜਾਂ ਵੈਸੇ ਉਹ ਤੁਸੀਂ ਕਰ ਸਕਦੇ ਹੋ। ਉਦੋਂ ਬਾਅਦ ਇੱਕ ਹੋਰ ਸਵਾਲ ਹੈ ਕਿ ਸਾਡੀ ਕੈਟੇਗਰੀ F3 ਆ ਅਤੇ ਪ੍ਰਾਇਓਰਟੀ ਡੇਟ ਆ 20 ਅਕਤੂਬਰ 2010 ਅਤੇ ਕਿੰਨਾ ਟਾਈਮ ਲੱਗੂਗਾ। ਦੇਖੋ ਜੀ, ਜਿਹੜੀ F3 ਕੈਟੇਗਰੀ ਹੈਗੀ ਆ ਇਹਦੇ 'ਤੇ ਇਸ ਟਾਈਮ 'ਤੇ ਜਿਹੜਾ ਚੱਲ ਰਿਹਾ ਉਹ ਚੱਲ ਰਿਹਾ ਅਗਸਤ 2008। ਸੋ ਤੁਸੀਂ 2010 'ਚ ਅਪਲਾਈ ਕੀਤਾ, ਇਹਨੂੰ ਟਾਈਮ ਲੱਗੂਗਾ ਅਜੇ ਤਕਰੀਬਨ 1.5-2 ਸਾਲ ਹੋਰ ਲੱਗ ਸਕਦੇ ਆ। ਉਦੋਂ ਬਾਅਦ ਜੀ F3 ਕੈਟੇਗਰੀ 2009 'ਚ ਅਪਲਾਈ ਕੀਤੀ ਆ, ਕਿੰਨਾ ਟਾਈਮ ਲੱਗੂ, ਅਤੇ ਉਹਦਾ ਆਪਾਂ ਹੁਣੇ ਜਵਾਬ ਦੇ ਕੇ ਹਟੇ ਹਾਂ ਕਿ ਜੇ 2008 ਚੱਲ ਰਿਹਾ ਉੱਥੇ ਅਗਸਤ 2008 ਅਤੇ ਅਜੇ ਤੁਹਾਨੂੰ ਸਾਲ ਹੋਰ ਲੱਗ ਸਕਦਾ ਘੱਟੋ ਘੱਟ। ਉਦੋਂ ਬਾਅਦ F4 ਕੈਟੇਗਰੀ 'ਚੋਂ ਕਹਿੰਦੇ ਨੇ ਕਿ ਸਾਡਾ ਕੇਸ 2007 'ਚ ਅਪਲਾਈ ਹੋਇਆ, ਅਤੇ ਜੇ ਅਸੀਂ ਸਪੋਂਸਰ ਮੰਗਾ ਲਈਏ ਸਾਨੂੰ ਵਿਜ਼ਟਰ ਵੀਜ਼ਾ ਲੱਗ ਸਕਦਾ। ਦੇਖੋ ਜਦੋਂ ਤੁਸੀਂ ਇਮੀਗਰੈਂਟ ਵੀਜ਼ਾ ਅਪਲਾਈ ਕਰਦੇ ਹੋ ਜਾਂ ਤੁਹਾਡਾ ਕਿਸੇ ਨੇ ਅਪਲਾਈ ਕੀਤਾ, ਭਰਾ ਭੈਣ ਨੇ ਕੀਤਾ ਜਾਂ ਮਾਂ ਬਾਪ ਨੇ ਕੀਤਾ, ਜਿਵੇਂ F4 ਕੈਟੇਗਰੀ ਜਿਹੜੀ ਭੈਣ ਭਰਾ ਦੀ ਕੈਟੇਗਰੀ ਆ ਇਹਦੇ 'ਚ ਅਪਲਾਈ ਹੋਇਆ, ਤਾਂ ਵਿਜ਼ਟਰ ਵੀਜ਼ਾ ਆਮ ਤੌਰ 'ਤੇ ਨਹੀਂ ਮਿਲਦਾ, ਕਿਉਂਕਿ ਜਿਹੜਾ ਵਿਜ਼ਟਰ ਵੀਜ਼ਾ ਉਹਦੇ ਵਿੱਚ ਇਹ ਸ਼ੋਅ ਕਰਨਾ ਪੈਂਦਾ ਵੀ ਤੁਹਾਡਾ ਕੋਈ ਕਿਸੇ ਨੇ ਇਮੀਗਰੈਂਟ ਵੀਜ਼ਾ ਅਪਲਾਈ ਤਾਂ ਨਹੀਂ ਕੀਤਾ। ਜੇ ਤੁਸੀਂ ਲਿਖੋਗੇ ਵੀ ਹਾਂ ਕੀਤਾ ਤਾਂ ਵਿਜ਼ਟਰ ਵੀਜ਼ਾ ਉਹ 'ਚ ਰਿਫਿਊਜ਼ ਹੋ ਸਕਦਾ। ਅਤੇ ਇੱਕ ਹੋਰ ਸਵਾਲ ਉਹਨਾਂ ਨੇ ਕਿਹਾ ਜੀ ਕਿ ਮੇਰੇ ਮਦਰ US ਸਿਟੀਜ਼ਨ ਨੇ, ਉਹਨਾਂ ਨੇ I-130 ਪਟੀਸ਼ਨ ਅਪਲਾਈ ਕੀਤੀ 2011 'ਚ ਅਤੇ 15 'ਚ ਡਿਨਾਈ ਹੋ ਗਿਆ ਕੇਸ, ਕਿ ਉਹਨਾਂ ਨੇ ਕਿਹਾ ਵੀ ਸਾਡਾ ਤੁਸੀਂ ਲੈਟਰ ਦਾ ਜਵਾਬ ਨਹੀਂ ਦਿੱਤਾ। 16 'ਚ ਦੁਬਾਰਾ ਅਪਲਾਈ ਕੀਤਾ ਅਤੇ ਪਹਿਲਾ ਕੇਸ ਕੰਸੀਡਰ ਕਰਨਗੇ। ਨਹੀਂ, ਮੁਸ਼ਕਿਲ ਹੈ ਜੀ, ਜੇ ਤੁਸੀਂ ਦੁਬਾਰਾ ਅਪਲਾਈ ਕਰਤਾ ਤਾਂ ਉਹਦਾ ਦੁਬਾਰਾ 16 'ਚ ਅਪਲਾਈ ਕੀਤਾ ਕੇਸ, ਉਹਦੇ 'ਤੇ ਹੀ ਕਾਰਵਾਈ ਹੋਏਗੀ ਅਤੇ ਉਹੀ ਚੱਲੇਗਾ, ਅਤੇ ਉਹਦੇ ਮੁਤਾਬਕ ਜਿੰਨਾ ਵੀ ਟਾਈਮ ਲੱਗਣਾ ਉਹ ਲੱਗੇਗਾ। ਅਤੇ ਇੱਕ ਹੋਰ ਸਵਾਲ ਹੈ ਜੀ, ਉਹਨਾਂ ਨੇ ਕਿਹਾ ਕਿ 2 ਸਾਲ ਹੋ ਗਏ ਮੇਰੀ ਵਾਈਫ ਨੇ ਅਪਲਾਈ ਕੀਤਾ ਹੋਇਆ ਗ੍ਰੀਨ ਕਾਰਡ 'ਤੇ, ਅਤੇ ਅੰਬੈਸੀ ਵਾਲੇ ਜਿਹੜੇ ਹੈਗੇ ਆ ਉਹ ਇੰਟਰਵਿਊ ਵਗੈਰਾ ਸਕੈਜੂਲ ਨਹੀਂ ਕਰ ਰਹੇ, ਤਾਂ ਕੀ ਹੋਏਗਾ। ਦੇਖੋ, ਜਿਹੜਾ I-130 ਪਟੀਸ਼ਨ ਗ੍ਰੀਨ ਕਾਰਡ ਹੋਲਡਰ ਕਰਦਾ ਉਹ ਅੱਜ ਕੱਲ੍ਹ ਕਰੰਟ ਆ, ਉਹ 'ਤੇ ਕੋਈ ਪ੍ਰਾਇਓਰਟੀ ਡੇਟ ਨਹੀਂ ਹੈਗੀ, ਜਿਵੇਂ ਅੱਗੇ ਹੁੰਦਾ ਸੀ 2-2.5 ਸਾਲ ਦਾ ਟਾਈਮ ਹੁੰਦਾ ਸੀ, ਅਤੇ ਹੁਣ ਪ੍ਰਾਇਓਰਟੀ ਆ, ਪਰ ਇਹ 'ਤੇ ਪਹਿਲਾਂ ਬੰਦ ਰਹੀ ਹੈ ਕੈਟੇਗਰੀ ਇਹ, ਅਤੇ ਉਹਦੇ ਕਰਕੇ ਜਿਹੜੀ ਡਿਲੇ ਸੀ ਉਹ ਤਾਂ ਹੁਣ ਕੈਟੇਗਰੀ ਦੁਬਾਰਾ ਚੱਲ ਪਈ ਆ। ਅਤੇ ਪਰ ਹੁਣ ਜਿਵੇਂ ਮੈਂ ਹੁਣੇ ਦੱਸ ਕੇ ਹਟਿਆ ਵੀ April ਅਤੇ ਮਈ ਦੀਆਂ ਜਿਹੜੀਆਂ ਹੈਗੀਆਂ ਡੇਟਾਂ ਨਹੀਂ ਹੋ ਰਹੀਆਂ, ਸੋ ਟਾਈਮ ਲੱਗੂਗਾ, ਤੁਸੀਂ ਸੰਪਰਕ ਕਰੋ, ਉਹਨਾਂ ਨਾਲ ਲਿੰਕ ਰੱਖੋ। ਅਤੇ ਇੱਕ ਹੋਰ ਹੈ ਜੀ, ਉਹਨਾਂ ਨੇ ਕਿਹਾ ਜੀ ਮੈਂ ਕੋਡ ਡੇਟ ਮਿਸ ਕਰਤੀ ਸੀ 13 ਦੇ ਵਿੱਚ, ਅਤੇ ਉਦੋਂ ਬਾਅਦ ਮੇਰਾ ਕੀ ਹੋਊਗਾ। ਦੇਖੋ, ਜੇ ਤੁਸੀਂ ਕੋਡ ਡੇਟ ਮਿਸ ਕੀਤੀ ਆ ਅਤੇ ਜੇ ਤਾਂ ਉੱਤੇ ਡੈਪੂਟੇਸ਼ਨ ਲੱਗ ਗਈ ਆ, ਤੁਹਾਨੂੰ ਕੇਸ ਆਪਣਾ ਦੁਬਾਰਾ ਰੀਓਪਨ ਕਰਾਉਣਾ ਪਏਗਾ। ਜੇ ਨਹੀਂ ਡੈਪੂਟੇਸ਼ਨ ਲੱਗੀ, ਉੱਦਾਂ ਹੀ ਮਿਸ ਹੋਈ ਆ ਅਤੇ ਜਾਂ ਕੇਸ ਹੋਲਡ 'ਤੇ ਆ, ਤਾਂ ਫਿਰ ਤੁਸੀਂ ਦੁਬਾਰਾ ਡੇਟ ਲੈ ਸਕਦੇ ਹੋ। ਪਰ ਜੇ ਉਹਨਾਂ ਨੇ ਤੁਹਾਨੂੰ ਡੈਪੂਟੇਸ਼ਨ ਲਾਤੀ, ਆਰਡਰ ਰਿਮੂਵ ਕਰਤਾ, ਤਾਂ ਇਹਨੂੰ ਮੋਸ਼ਨ ਟੂ ਰੀਓਪਨ ਕਰਨੀ ਪਏਗੀ, ਉਨੀ ਦੇਰ ਤੱਕ ਦੁਬਾਰਾ ਡੇਟ ਨਹੀਂ ਆਏਗੀ। ਇੱਕ ਹੋਰ ਸਵਾਲ ਉਹਨਾਂ ਨੇ ਕਿਹਾ ਜੀ ਕਿ ਮੇਰੀ ਵਾਈਫ US ਪਰਮਾਨੈਂਟ ਰੈਜ਼ੀਡੈਂਟ ਨੇ, ਅਤੇ ਉਹਨਾਂ ਨੇ ਕੇਸ 2 ਨਵੰਬਰ 2020 'ਚ ਅਪਲਾਈ ਕੀਤਾ, ਅਤੇ ਕਿੰਨਾ ਟਾਈਮ ਲੱਗੂਗਾ ਅਪਰੂਵ ਹੋਣ ਨੂੰ। ਦੇਖੋ, ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹਦੀ ਹੁਣ ਪਿੱਛੇ ਇਸ ਕੈਟੇਗਰੀ ਜਿਹੜੀ ਸੀ 'ਤੇ ਬੈਨ ਲੱਗਿਆ ਸੀ, ਜਿਹਦੇ ਕਰਕੇ ਇਹਨੂੰ ਟਾਈਮ ਲੱਗ ਰਿਹਾ ਸੀ, ਉਹ ਬੈਨ ਫਰਵਰੀ 'ਚ ਖੁੱਲ੍ਹ ਗਿਆ।
कैटेगरी करंट आ। सो हुण जिन्ना भी टाइम लगूगा, हो सकदा 6 महीने लगण, साल लगे, पर इहदे च हुण कार्रवाई जिहड़ी हैगी आ ਉਹ ਹੋ ਰਹੀ ਹੈ ਨਾ ਕੈਟਾਗਰੀਜ਼ 'ਤੇ। ਅਤੇ ਇੱਕ ਹੋਰ ਉਹਨਾਂ ਨੇ ਕਿਹਾ ਜੀ ਕਿ ਜੁਲਾਈ 21 ਵਿੱਚ ਅਸੀਂ ਫੋਇਆ ਲਈ ਅਪਲਾਈ ਕੀਤਾ ਸੀ, ਅਤੇ ਇਹਨੂੰ ਕਿੰਨਾ ਟਾਈਮ ਲੱਗੂ। ਫੋਇਆ ਨੂੰ ਕਾਫੀ ਟਾਈਮ ਲੱਗ ਰਿਹਾ ਜੀ। ਅਤੇ ਸਾਡੀ ਉਹਨਾਂ ਨੇ ਕਿਹਾ ਫਾਈਨਲ ਹੀਅਰਿੰਗ ਡੇਟ ਜੁਲਾਈ 21 ਜਾਂ ਮਾਰਚ 'ਚ ਅਪਲਾਈ ਕੀਤਾ ਫੋਇਆ ਲਈ। ਮਾਰਚ 'ਚ ਅਪਲਾਈ ਕੀਤਾ, ਇਹਨੂੰ ਟਾਈਮ ਲੱਗ ਰਿਹਾ। ਕਈ ਵਾਰ ਤਾਂ ਜਿਹੜਾ ਫੋਇਆ ਦਾ ਰੈਕਡ ਹੈਗਾ ਉਹ ਤਕਰੀਬਨ ਮਹੀਨੇ 1.5 ਮਹੀਨੇ 'ਚ ਆ ਜਾਂਦਾ। ਕਈ ਵਾਰੀ ਜਿਹੜਾ ਰੈਕਡ ਆ ਉਹਨੂੰ 3-3 4-4 ਮਹੀਨੇ ਵੀ ਲੱਗ ਜਾਂਦੇ ਆ। ਸੋ ਇਹ ਡਿਪੈਂਡ ਕਰੂਗਾ ਉਹਨਾਂ ਉੱਤੇ। ਜੇ ਜੁਲਾਈ 'ਚ ਡੇਟ ਆ, ਮਾਰਚ 'ਚ ਕੀਤਾ, ਅਤੇ ਮਤਲਬ ਹੋ ਸਕਦਾ ਮਈ 'ਚ ਆ ਜਾਵੇ, ਹੋ ਸਕਦਾ ਜੂਨ 'ਚ ਆਵੇ, ਪਰ ਟਾਈਮ ਲੱਗ ਰਿਹਾ। ਅਤੇ ਇੱਕ ਹੋਰ ਸਵਾਲ ਹੈ ਜੀ, ਉਹਨਾਂ ਨੇ ਕਿਹਾ ਕਿ ਮੇਰੇ ਬੇਟੇ ਨੇ 17 'ਚ ਅਸਾਈਲਮ ਕੇਸ ਲਾਇਆ ਸੀ, ਅਤੇ ਇਹਨੂੰ ਵਰਕ ਪਰਮਿਟ ਮਿਲ ਗਿਆ ਸੀ 2 ਸਾਲ ਦਾ, ਅਤੇ ਹੁਣ ਸਤੰਬਰ 'ਚ ਖ਼ਤਮ ਹੋਣਾ, ਅਤੇ ਅਜੇ ਤੱਕ ਕੋਈ ਡੇਟ ਨਹੀਂ ਆਈ। ਦੇਖੋ, ਜਿਨ੍ਹਾਂ ਨੇ 17 'ਚ ਕੇਸ ਲਾਏ ਸੀਗੇ ਜਾਂ 16 ਜਾਂ 15 'ਚ, ਉਹਨਾਂ 'ਤੇ ਜਿਹੜੀ ਸਰਕਾਰ ਨੇ ਵਰਕ ਪਰਮਿਟ ਦੇਤੇ, ਪਰ ਉਸ ਤੋਂ ਬਾਅਦ ਜਿਹੜੀ ਪਿਛਲੀ ਸਰਕਾਰ ਆਈ ਉਹਨੇ ਫੈਸਲਾ ਕੀਤਾ ਵੀ 18 ਤੋਂ ਬਾਅਦ ਵਾਲਿਆਂ ਨੂੰ, ਜਿਨ੍ਹਾਂ ਨੇ 18 ਤੋਂ ਬਾਅਦ ਲਾਇਆ, ਉਹਨਾਂ ਨੂੰ ਇੰਟਰਵਿਊ ਦੇਣੀ ਆ। ਸੋ ਪਹਿਲਿਆਂ ਨੂੰ ਇੰਟਰਵਿਊ ਨਹੀਂ ਦੇਣੀ, ਜਿਹਦੇ ਕਰਕੇ ਕੇਸ ਹੋਲਡ 'ਤੇ ਨੇ। ਹੁਣ ਜਦੋਂ ਹੁਣ ਨਵੀਂ ਸਰਕਾਰ ਦਾ ਇਹੋ ਜਿਹਾ ਕੋਈ ਫੈਸਲਾ ਨਹੀਂ ਗਾ ਵੀ ਕਿਸੇ ਕੇਸ ਨੂੰ ਹੋਲਡ 'ਤੇ ਪਾਉਣਾ ਕਿ ਨਹੀਂ। ਸੋ ਹੋ ਸਕਦਾ ਵੀ ਹੁਣ ਜੂਨ ਜੁਲਾਈ ਤੋਂ ਬਾਅਦ ਇੰਟਰਵਿਊ ਆਉਣੇ ਸ਼ੁਰੂ ਹੋਣ, ਪਰ ਤੁਸੀਂ ਜਿਹੜਾ ਹੈਗਾ ਉਹ ਹੁਣ ਸੰਪਰਕ ਕਰ ਸਕਦੇ ਹੋ ਇਮੀਗ੍ਰੇਸ਼ਨ ਨਾਲ ਡੇਟ ਲੈਣ ਲਈ, ਜਾਂ ਮੇਰੇ ਨਾਲ ਸੰਪਰਕ ਕਰ ਲਿਓ। ਮੇਰਾ ਨੰਬਰ ਹੈ 9179154142 ਜਾਂ jpsinghattorney@gmail 'ਤੇ ਮੈਨੂੰ ਕਰੋ, ਅਤੇ ਉਹ ਫਿਰ ਇਮੀਗ੍ਰੇਸ਼ਨ ਨਾਲ ਗੱਲ ਕੀਤੀ ਜਾ ਸਕਦੀ ਹੈ। ਅਤੇ ਉਸ ਤੋਂ ਬਾਅਦ ਹੈ ਜੀ ਕਿ ਉਹਨਾਂ ਨੇ ਕਿਹਾ ਕਿ ਮੈਂ ਗ੍ਰੀਨ ਕਾਰਡ ਹੋਲਡਰ ਹਾਂ, ਅਤੇ ਮੈਂ ਅਨਮੈਰਿਡ ਬੱਚੇ ਦਾ ਅਪਲਾਈ ਕਰਨ ਲਈ ਇੰਟਾਈਟਲਡ ਹਾਂ, ਅਤੇ ਜੇ ਮੈਂ ਅਪਲਾਈ ਕਰਦਾ, ਮੇਰਾ ਬੱਚਾ ਉਹਦਾ ਵਿਆਹ ਹੋ ਜਾਂਦਾ, ਫਿਰ ਦੇਖੋ ਜਿਹੜਾ ਗ੍ਰੀਨ ਕਾਰਡ ਹੋਲਡਰ ਹੈਗਾ ਉਹ ਸਿਰਫ ਆਪਣੇ ਅਨਮੈਰਿਡ ਬੱਚੇ ਦਾ ਅਪਲਾਈ ਕਰ ਸਕਦਾ, ਚਾਹੇ 21 ਸਾਲ ਤੋਂ ਘੱਟ ਹੋਵੇ ਜਾਂ 21 ਤੋਂ ਵੱਧ ਹੋਵੇ। 21 ਤੋਂ ਵੱਧ ਵੀ ਅਨਮੈਰਿਡ ਦਾ ਅਪਲਾਈ ਹੁੰਦਾ, ਅਤੇ ਉਹਦੇ 'ਚ ਜਿਹੜੀ ਉਹ ਕੈਟਾਗਰੀ ਹੈਗੀ ਆ, ਉਹ 'ਤੇ ਹੁਣ ਅਗਸਤ 2015 ਚੱਲ ਰਿਹਾ। ਜਿਹੜੀ 21 ਤੋਂ ਮਤਲਬ ਓਵਰ ਵਾਲੀ ਹੈ, ਜਿਹੜੀ 21 ਤੋਂ ਘੱਟ ਆ ਉਹ ਕਰੰਟ ਆ। ਪਰ ਜੇ ਉਹ ਬੱਚੇ ਦਾ ਵਿਆਹ ਹੋ ਜਾਂਦਾ ਤਾਂ ਇਹ ਪਟੀਸ਼ਨ ਖਤਮ ਹੋ ਜਾਂਦੀ ਆ। ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਮੈਰਿਡ ਬੱਚੇ ਦਾ ਬਿਲਕੁਲ ਨਹੀਂ ਕਰ ਸਕਦਾ, ਉਹ ਸਿਰਫ ਸਿਟੀਜ਼ਨ ਹੀ ਕਰ ਸਕਦਾ। ਅਤੇ ਇੱਕ ਹੋਰ ਹੈ ਕਿ ਉਹਨਾਂ ਨੇ ਕਿਹਾ ਕਿ ਜੀ ਮੇਰੀ ਇੰਟਰਵਿਊ 19 'ਚ ਹੋਈ ਸੀਗੀ F4 ਕੈਟਾਗਰੀ, ਪਰ ਉਹਨਾਂ ਨੇ ਮੇਰਾ ਕੇਸ ਰਿਫਿਊਜ਼ ਕਰਤਾ, ਅਤੇ ਉਹਨਾਂ ਨੇ ਕੋਈ ਹੋਰ ਇਨਫੋਰਮੇਸ਼ਨ ਮੰਗੀ। ਮੈਂ ਸਾਰੇ ਡਾਕੂਮੈਂਟ ਜਮ੍ਹਾਂ ਕਰਾਤੇ, ਤਾਂ ਅਜੇ ਤੱਕ ਕੋਈ ਰਿਸਪੌਂਸ ਨਹੀਂ ਆਇਆ। ਦੇਖੋ, ਜੇ ਡਾਕੂਮੈਂਟ ਜਮ੍ਹਾਂ ਕਰਾਇਆ ਰਿਸਪੌਂਸ ਦੇਣਗੇ, ਪਰ ਉਹਦੇ ਵਿੱਚ ਵਿਚਾਲੇ ਤੁਹਾਨੂੰ ਪਤਾ ਹੀ ਆ ਵੀ ਲਾਸਟ ਈਅਰ ਬੰਦ ਹੋ ਗਿਆ ਜੀ ਸਾਰਾ ਕੁਛ, ਅਤੇ ਉਹਦੇ ਕਰਕੇ ਇੱਕ ਇਸ ਕੈਟਾਗਰੀ ਦੇ ਉੱਤੇ ਵੀ ਜਿਹੜਾ ਹੈਗਾ ਉਹ ਬੈਨ ਲੱਗਿਆ ਸੀ। ਸੋ ਇਹਦੇ ਕਰਕੇ ਡਿਲੇ ਹੈਗੀ ਹੈ। ਬਾਕੀ ਤੁਸੀਂ ਲਿੰਕ ਰੱਖੋ, ਸੰਪਰਕ ਰੱਖੋ ਉਹਨਾਂ ਨਾਲ, ਅਤੇ ਜੇ ਸੰਪਰਕ ਕਰੋਗੇ ਹੋ ਸਕਦਾ ਤੁਹਾਨੂੰ ਕੋਈ ਨਾ ਕੋਈ ਡਿਸੀਜਨ ਜ਼ਰੂਰ ਦੇਣ। ਅਤੇ ਇੱਕ ਹੋਰ ਸਵਾਲ ਹੈ ਜੀ ਕਿ ਜੇਕਰ ਕੈਨੇਡਾ ਦੇ ਵੀਜ਼ੇ ਦੀ ਰਿਫਿਊਜ਼ਲ ਹੁੰਦੀ ਆ ਤਾਂ USA ਦਾ ਅਸੀਂ ਵੀਜ਼ਾ ਲੈ ਸਕਦੇ ਹਾਂ, ਸ਼ੋਅ ਹੋਏਗਾ। ਦੇਖੋ, ਮਤਲਬ ਕੈਨੇਡਾ ਦਾ ਜੇ ਵੀਜ਼ਾ ਰਿਫਿਊਜ਼ ਹੁੰਦਾ, ਉਹਦਾ ਐਜ਼ ਇਟ ਇਜ਼ ਤਾਂ ਕੋਈ ਫਰਕ ਨਹੀਂ ਪੈਂਦਾ ਅਮਰੀਕਾ ਦੇ ਵੀਜ਼ੇ 'ਚ। ਜੇ ਅਮਰੀਕਾ ਵਾਲੇ ਚਾਹੁਣ ਤੁਹਾਨੂੰ ਵੀਜ਼ਾ ਦੇ ਸਕਦੇ ਆ, ਪਰ ਇੱਕ ਨੈਗੇਟਿਵ ਇਫੈਕਟ ਜ਼ਰੂਰ ਪੈਂਦਾ, ਪਰ ਉਹ ਕੋਈ ਰੁਕਾਵਟ ਨਹੀਂ ਹੈਗੀ ਇਸ ਕਿਸਮ ਦੀ ਵੀ ਜੇ ਉਹਨਾਂ ਨੇ ਰਿਫਿਊਜ਼ ਕਰਤਾ ਤਾਂ ਅਮਰੀਕਾ ਵਾਲੇ ਵੀ ਰਿਫਿਊਜ਼ ਕਰਨਗੇ, ਅਮਰੀਕਾ ਵਾਲੇ ਸਟਿਲ ਦੇ ਸਕਦੇ ਆ। ਅਤੇ F2A ਕੈਟਾਗਰੀ ਕਰੰਟ ਆ, ਅਤੇ ਇੰਟਰਵਿਊ ਕਦੋਂ ਤੱਕ ਆਏਗੀ ਸਵਾਲ ਆ। ਹਾਂਜੀ, F2A ਕੈਟਾਗਰੀ ਮੈਂ ਹੁਣੇ ਦੱਸ ਕੇ ਹਟਿਆ ਵੀ ਕਰੰਟ ਹੈਗੀ ਆ, ਅਤੇ ਉਹਦੀਆਂ ਹੁਣ ਇੰਟਰਵਿਊ ਜਿਹੜੀਆਂ ਫਿਲਹਾਲ ਨੇ ਉਹ April ਅਤੇ ਮਈ ਦੀਆਂ ਗਾਂਹ ਹੋ ਰਹੀਆਂ ਨੇ। ਉਸ ਤੋਂ ਬਾਅਦ ਦੇਖਦੇ ਹਾਂ ਕਦੋਂ ਇੰਟਰਵਿਊ ਆਏਗੀ, ਆ ਸਕਦੀ ਆ। ਅਤੇ ਇੱਕ ਹੋਰ ਹੈ ਸਵਾਲ ਜੀ ਕਿ ਸਾਡਾ ਕੇਸ F4 ਕੈਟਾਗਰੀ 2013 'ਚ ਅਪਲਾਈ ਹੋਇਆ ਸੀ, ਅਤੇ ਬੱਚੇ ਦੀ ਉਮਰ 21 ਸਾਲ ਤੋਂ ਉੱਪਰ ਹੋ ਗਈ ਆ, ਅਤੇ ਇਹ ਦੱਸੋ ਵੀ ਹੁਣ ਇਹਦਾ ਕੀ। ਦੇਖੋ, ਇਸ ਤਰ੍ਹਾਂ ਕਿ ਜੇ 13 'ਚ ਅਪਲਾਈ ਹੋਇਆ ਅਤੇ ਇਹਦਾ ਜੇ ਮਤਲਬ ਬਹੁਤ ਟਾਈਮ ਲੱਗੇਗਾ। ਉੱਥੇ 2005 ਚੱਲ ਰਿਹਾ ਜੀ। ਸੋ ਜੇ ਹੁਣੇ 21 ਤੋਂ ਉੱਪਰ ਹੋ ਗਿਆ ਤਾਂ ਜਦ ਤੱਕ ਤਾਂ ਇਹ ਕਈ 28-29 ਸਾਲ ਦਾ ਹੋ ਜਾਏਗਾ, ਤਾਂ ਹੋ ਸਕਦਾ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਜੇ ਕਵਰ ਹੋ ਗਿਆ ਫਿਰ ਤਾਂ ਆ ਸਕਦਾ, ਜੇ ਨਹੀਂ ਤਾਂ ਫਿਰ ਨਹੀਂ ਆ ਸਕਦਾ ਤੁਹਾਡੇ ਨਾਲ। ਸੋ ਇਹ ਉਸ ਟਾਈਮ 'ਤੇ ਦੇਖਿਆ ਜਾਏਗਾ ਜਦੋਂ ਤੁਹਾਡੀ ਡੇਟ ਕਰੰਟ ਹੋਏਗੀ ਕਿ ਇਹ 'ਤੇ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਲਾਗੂ ਹੁੰਦਾ ਕਿ ਨਹੀਂ। ਅਤੇ ਹੋਰ ਕੋਈ ਰਸਤਾ ਨਹੀਂ, ਤੈਨੂੰ ਉਨੀ ਦੇਰ ਅਨਮੈਰਿਡ ਰਹਿਣਾ ਪੈਣਾ। ਜੇ ਮੈਰਿਡ ਹੋ ਗਿਆ ਇਹਦੇ ਵਿੱਚੋਂ ਨਿਕਲ ਜਾਏਗਾ। ਇੱਕ ਹੋਰ ਸਵਾਲ ਹੈ ਜੀ, ਉਹਨਾਂ ਨੇ ਕਿਹਾ ਕਿ ਜਿਹੜੀ ਸਾਡਾ F4 ਕੈਟਾਗਰੀ ਦੇ ਲਈ ਜਿਹੜੀ ਗ੍ਰੀਨ ਕਾਰਡ ਦੀ ਕਿੰਨੀ ਫੀਸ ਹੁੰਦੀ ਹੈ। ਦੇਖੋ ਜੀ, ਜਿਹੜੀ ਫੀਸ ਆ ਉਹ ਮਤਲਬ I-130 ਪਟੀਸ਼ਨ ਕਰਨੀ ਪੈਂਦੀ ਆ। ਉਹਦੀ ਹੁਣ ਜਿਹੜੀ ਫੀਸ ਇਸ ਟਾਈਮ 'ਤੇ $535 ਆ, ਅਤੇ ਉਹ ਫੀਸ ਦੇਣੀ ਪੈਂਦੀ I-130 ਪਟੀਸ਼ਨ ਦੀ ਆ, ਅਤੇ ਉਹੀ ਫਾਈਲ ਕਰਨੀ ਪੈਂਦੀ ਹੈ ਇਹਦੇ 'ਚ। ਇੱਕ ਹੋਰ ਉਹਨਾਂ ਨੇ ਕਿਹਾ ਜੀ ਸਾਡਾ F4 ਕੇਸ 2006 ਅਕਤੂਬਰ ਸਿਸਟਰ ਨੇ ਅਪਲਾਈ ਕੀਤਾ ਸੀ, ਹੋਰ ਕਿੰਨਾ ਟਾਈਮ ਲੱਗੂਗਾ। 2005 ਚੱਲ ਰਿਹਾ ਜੀ ਹੁਣ, ਇਹ 'ਤੇ ਇਸ ਟਾਈਮ April 2005 ਚੱਲ ਰਿਹਾ। ਸੋ ਜੇ 6 ਕੀਤਾ ਜੇ ਸਾਲ ਹੋਰ ਲੱਗ ਸਕਦਾ, ਸਾਲ 1.5 ਸਾਲ ਦੇ। ਅਤੇ
एक होर है जी, उन्होंने कहा कि साडा केस F4 कैटेगरी 2005 च अप्लाई किया, कदों आएगी? देखो 5 की तो हुण इंटरव्यू आ रही ने, तो जे तुहाडा अप्रैल 2005 तो पहलां दा अप्लाई होया तो इंटरव्यू हुण आ रही ने, जे बाद च होया तो जिहड़े डॉकूमेंट्स वगैरह है दिसंबर तक दे मंग रहे आ। तो एक होर सवाल है जी, वो कहते सर कंडीशन रिमूवल विच इंटरव्यू सारिਆਂ ਦੀ ਹੁੰਦੀ ਆ, तो इत्थे मेरे 2 बच्चे भी ने। देखो इस तरह है कि जो आप कंडीशन रिमूवल ਲਈ अप्लाई करते हैं तो ये आप जॉइंटली अप्लाई करते हैं हसबैंड वाइफ, तो उस तो बाद इमीग्रेशन की मर्जी है इंटरव्यू करना कि ना करना। जिन्हों के बच्चे होंगे ने उन्हों का केस स्ट्रोंग होंदा, क्योंकि वो साबित करता भी रियल मैरिज आ, क्योंकि रियल मैरिज का दे विच बच्चा होना बहुत बड़ा प्रूफ है ये गल साबित करने कि असली मैरिज है। सो इंटरव्यू हो भी सकती है, पर हो सकता ना भी करन, जिन्होंने ये लग्या भी सफिशिएंट प्रूफ है कि रियल है सारा कुछ, तो मैरिज ठीक चल रही है, तो फिर मैनू नहीं लगता भी इंटरव्यू करनगे। पर कई अफसर जिहड़े इंटरव्यू ते बुला लेंदे ने फिर भी, सो बुला लैण तो तुहानूं इंटरव्यू ते जाना चाहिए। तो वो जिस सारे प्रूफ तुहाडे कोल इकट्ठे रहण दे हैगे आ, ते मतलब बच्चों के बर्थ सर्टिफिकेट वगैरह सारा लैके जाओ तो पास हो जाएगा। सो बुलाया जा सकता इंटरव्यू ते। स्पाउस वीज़ा दिसंबर 19 च अप्लाई किया सी, ग्रीन कार्ड होल्डर कितना टाइम लगेगा? देखो मैं हुणे दस के हटिया भी ग्रीन कार्ड होल्डर जो अप्लाई करता जी ये मतलब कैटेगरी हैगी F2A, ये करंट है कैटेगरी इस टाइम तो कोई जी प्रायोरिटी डेट नहीं हैगी। सो जो 19 च अप्लाई किया वारी आनी चाहिए। हुण लास्ट ईयर ये कैटेगरी बंद रही है जिहदे करके डिले हो गई, पर हुण दोबारा शुरू हो गई है फरवरी तो, इत्ते हुण अगे कार्रवाई होनी चाहिए है। तुसीं इमीग्रेशन नाल लिंक जरूर रखो। साडा F4 फैमिली के दिसंबर 6 च अप्लाई किया सी, तो कितना टाइम लगूगा? तो 9 विच इमीग्रेशन वाला लैटर आया सी सानू। देखो 6 च अप्लाई किया तो मतलब 9 जे अप्रूवल आई आ, दिसंबर 6 अजे तो उत्थे 2005 चल रहा, अजे साल 1.5 साल होर लग सकता। इन्ना टाइम तुसीं ला के चलो जब तक ये होर फास्ट नहीं हुंदा। तो सर मेरे हसबैंड ने ग्रीन कार्ड होल्डर ने, उन्होंने मेरे पेपर दिसंबर 18 2019 च अप्लाई किए आ, तो यदा जोड़ा कितना टाइम लगू? देखो इस तरह है कि ये जी कैटेगरी करंट हैगी है, जो 19 च अप्लाई किया तो हो सकता थोड़ी हुण जड़ियाँ हैगियां वो आ साल दे विच इहदी प्रोसैसिंग हो जाए, क्योंकि इंटरव्यू जड़ियाँ अंबैसी दी हैगियां अप्रैल ते मई च नहीं आ रही। पर जो तुहानूं अजे तक अप्रूवल ही नहीं आई तो फिर अंबैसी का केस गया ही नहीं, तो लोकल इमीग्रेशन कोल ही है इत्थे, उत्थे थोड़े हसबैंड नूं संपर्क करना चाहिए। तो हुण ये जिहड़ी कैटेगरी तो कोई बैन नहीं, पहला बैन लगे जिहदे करके स्लो सी, पर हुण बैन नहीं हैगा, इस करके फास्ट प्रोसैसिंग इहदी हो रही है, तो वारी हुण आउणी चाहिदी है छेती। सर F3 अप्लाई किया 2011 विच, तो मेरे मदर ने अप्लाई किया सी, सिटीजन ने, कितना टाइम लगूगा? देखो जी F3 कैटेगरी हुण फिलहाल 2008 चल रहा, सो 11 च अप्लाई किया जे, घट्टो घट्ट 3 साल होर लगने चाहिए जी। तो उस तो बाद कंडीशन रिमूवल दे विच की क्वेश्चन करते हैं? देखो कंडीशन रिमूवल जो आप अप्लाई करते हैं वो च उन्होंने यही देखना होंदा कि मैरिज रीयल है, तो मैरिज हुण चल रही है। ये दो जिहड़ियां गल्लां हैगियां इन्हां बारे सारी इंटरव्यू केंद्रित होंदी आ। पहली ये कि की ये मैरिज रीयल सी ते रीयल है, दूजी ये कि की हुणे मैरिज ठीक ठाक चल रही है, आपस दे विच हसबैंड वाइफ इकट्ठे रह रहे आ। जे ये दो गल्लां साबित हो जाण तो फिर वो उत्ते ग्रीन कार्ड मिल जाता। तो एक होर सवाल है सर F2B वीज़ा ते बारे दसो। देखो जी F2B कैटेगरी हैगी आ, ये कैटेगरी तो हुण अगस्त 2015 चल रहा। ये कैटेगरी बेसिकली हैगी जिहड़े कि ग्रीन कार्ड होल्डर अपने अनमैरिड बच्चे का करते 21 साल तो उपर, तो इस कैटेगरी ते ग्रीन कार्ड होल्डर अपने बच्चे का कर सकता। शर्त एको ही है भी बच्चा अनमैरिड चाहिए। तो एक ने होर पुछया जी कि U वीज़े का कितना टाइम लग रहा? देखो U वीज़े तो काफ़ी टाइम लग रहा, ये काफ़ी स्लो है क्योंकि वीज़ा नंबर बड़े घट ने, तो कई साल लग जाते हैं। तो ये काफ़ी स्लो कैटेगरी आ। जिहड़ा हुण बिल रखा गया सैनट ते हाउस दे विच पिछे, उहदे विच भी इस वीज़े बारे कहा कि वीज़ा नंबर वधाओ, इनू फास्ट करो, क्योंकि इनू कई साल लग जाते हैं। एक होर सवाल उन्होंने कहा जी इसका की मतलब भी क्लॉक ऑन है कि ऑफ है? जिहड़ा क्लॉक सिस्टम हैगा ये असैलम के केसां च हुंदा कि जे असैलम के केसां दे विच क्लॉक चलदा तो 180 दिन बाद तुसीं वर्क परमिट लै सकते हो जे ASAP दे मैंबर हो, नहीं 1 साल बाद। तो जे क्लॉक थोड़ा बंद आ तो फिर वर्क परमिट तुसीं अप्लाई नहीं कर सकते जब तक क्लॉक नहीं चलता। कोई क्लॉक तो 180 दिन तो बाद टाइम होना चाहिए। सो क्लॉक जिहड़ा जो आपां असैलम एप्लीकेशन लाउने उदों क्लॉक चल पैंदा, तो उत्ते टाइम गिणिया जांदा भी 180 दिन कदों होया वर्क परमिट लई। उहदे वास्ते ASAP की मैंबरशिप लैनी पैंदी है, फिर तुसीं 180 दिन बाद कर सकते हो। तो जे नहीं ASAP की मैंबरशिप फिर तुसीं 365 दिन बाद कर सकते हो। पर जे क्लॉक चलिया ही नहीं तो फिर जिहड़ा हैगा वर्क परमिट जे तुसीं अप्लाई करोगे डिनाई होएगा, तुसीं वर्क परमिट नहीं लै सकते।
ਸੋ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ, ਤੇ ਮੈਂ ਆਸ ਰੱਖਦਾ ਕਿ ਇਹ ਤੁਹਾਨੂੰ ਸਾਡੇ ਜਵਾਬ ਜਿਹੜੇ ਪਸੰਦ ਆਏ ਹੋਣਗੇ। ਤੇ ਅਗਲੇ ਹਫਤੇ ਫੇਰ ਮਿਲਾਂਗੇ ਇਸੇ ਪ੍ਰੋਗਰਾਮ 'ਚ ਹੀ। ਤੇ ਤੁਸੀਂ ਮੈਨੂੰ ਫੋਨ ਕਰ ਲਿਓ 9179154142 ਤੇ ਜਾਂ ਮੈਨੂੰ ਈਮੇਲ ਕਰ ਸਕਦੇ ਹੋ jpsinghattorney@gmail.com। ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।